सतनाम वाहिगुरु साहिब जियो। सूही महला पंजवा। हर चरण कमल की टेक, सतगुर दिती तुस्कै बलराम जियो। हर चरण कमल की टेक, सतगुरु दिती तुस्कै बलराम जियो। सम्मलिया सच थान, मान महत सच पाया, बलराम जियो। सतगुर मिलिया दयाल, गुण अविनाशी गाया, बलराम जियो। गुण गोविंद गाओ नित नित, प्राण प्रीतम स्वामिया। शुभ दिवस आए गह कंठ लाए, मिले अंतर जामिया। सत संतोख वजह वाजे, अनहदा चुनकारे। सुन पह बिनासे सगल नानक, प्रभ पुरख करनै हारे। उपजया तत ज्ञान साहुरै पेइयै, इक हर बलराम जियो। ब्रह्मै ब्रह्म मिलिया, कोई ना साकै भिन्न कर, बलराम जियो। बिसम पेखै बिसम सुनियै, बिस्माद नदरी आया। जल थल महियल पूरन स्वामी, कट कट रहा समाया। जिस ते उपजया तिस माहे समाया, कीमत कहन ना जाए। जिसके चलत न जाही लखने, नानक तिसह त्याए। जिस ते उपजया तिस माहे समाया, कीमत कहन न जाए। जिसके चलत न जाही लखने, नानक तिसह त्याए। वाहिगुरु जी का खालसा, वाहिगुरु जी की फतेह। जुगो जुग अटल तन तन गुरु ग्रंथ साहिब जी, गुरु पातशाह जी दी अपार बख्शिश नवाजिश। शाम समय का दीवान असी माण रहे हैं। इस वर्चुअल सैटिंग विच गुरुद्वारे की हाज़री आप सुरत करके स्रोत पाउंदियां, दीदार पाउंदियां माण पाउंदे हो, वडभागता है। लड़ीवार गुरबाणी व्याख्या विच सूही राग के छंत विचार गुजरे ने। इस पावन बचन विचों आप जी ने जो गुरु अर्जन साहब द्वारा उचित किया है पावन छंत है, इसते लास्ट दो स्टैंजास जो पदे ने सरवन किए ने। पदा बा पदा असी विचार करते आ रहे हैं। अज इस पावन पदे की विचार असी करनी है। बिल्कुल पहली सत्र है, सम्मलिया सच थान, मान महत सच पाया, बलराम जियो। जेकर आप जी दे सामने शब्द होए या आप शब्द पढ़ो देखोगे तो जो ये तीसरे पदे की बिल्कुल प्रारंभिक लाइन है, दा पहला जड़ा शब्द आ सम्मलिया, आप देखोगे सस्सा सस्से ते टिप्पी मम्मा मम्मे दे पैर विच एक सीधी इस तरीके नाल लाइन है, जिन्हों असीं हलंत कहने आ, जो व्याकरणिक भाषा दे विच ये हाहे दी साउंड प्रोड्यूस करती है।
ਲੱਲੇ ਨੂੰ ਫਿਰ ਸਿਹਾਰੀ ਹੈ ਤੇ ਉਸ ਤੋਂ ਬਾਅਦ ਐੜਾ ਤੇ ਕੰਨਾ ਸੰਭਲਿਆ, ਮਤਲਬ ਹਾਹੀ ਦੀ ਬਹੁਤ ਇੱਕ ਮਾਈਨਰ ਜੀ ਸਾਊਂਡ ਇੱਕ ਇਨਵਿਜ਼ੀਬਲ ਵੇ ਨਾਲ ਜਿਹੜੀ ਆ ਰਹੀ ਉਹਦੇ ਅੰਦਰ, ਹਾਂ ਸੰਭਲਿਆ। ਇਸ ਨੂੰ ਸੰਭਾਲਿਆ ਵੀ ਕਿਹਾ ਜਾ ਸਕਦਾ ਆ, ਅਰਥ ਰੂਪ ਦੇ ਵਿੱਚ, ਉਚਾਰਨ ਵਿੱਚ ਨਹੀਂ, ਸਮਝਿਆ ਜਾ ਸਕਦਾ ਹੈ। ਸੰਭਲਿਆ ਸਥਾਪਿਤ ਕੀਤਾ ਵੀ ਕਿਹਾ ਜਾ ਸਕਦਾ ਹੈ। ਸੋ ਇਟਸ ਵੈਰੀ ਜਿਹੜਾ ਆ ਬੜਾ ਕਾਮਨ ਵਰਡ ਆ, ਪਰ ਇਹਦੀ ਇੱਕ ਸਪੈਸੀਫਿਕ ਆਪਣੀ ਜਗ੍ਹਾ, ਜੇ ਅਸੀਂ ਪੰਜਾਬੀ ਲਿਟਰੇਚਰ ਪੰਜਾਬੀ ਜ਼ਬਾਨ ਵਿੱਚ ਦੇਖੀਏ ਤੇ ਉੱਥੇ ਇੱਕ ਜਿਹੜੀ ਚੀਜ਼ ਨੂੰ ਅਸੀਂ ਸੰਭਾਲਣਾ ਕਹਿੰਦੇ ਆ, ਇਹ ਉਸ ਤੋਂ ਥੋੜ੍ਹੀ ਜਿਹੀ ਅੱਗੇ ਹੈ। ਸੰਭਲਿਆ ਜਿਹੜੀ ਕੁਦਰਤੀ ਤੌਰ 'ਤੇ ਚੀਜ਼ ਸਥਾਪਿਤ ਹੋ ਜਾਂਦੀ ਹੈ, ਜਿਹਨੂੰ ਅਸੀਂ ਐਵੋਲੂਸ਼ਨ ਦੇ ਜ਼ਰੀਏ ਇਵੋਲਵ ਹੋਣਾ ਕਹਿੰਦੇ ਆ। ਸੰਭਲਿਆ ਸੱਚ ਥਾਨ ਮਾਨ ਮਹਤ, ਮਹਤ ਲਫ਼ਜ਼ ਵੀ ਆਪ ਪੜ੍ਹਦੇ ਹੋ, ਅਸੀਂ ਸ਼ਬਦ ਪੜ੍ਹਦੇ ਹੈਗੇ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਉਹਨੂੰ ਮਹਤ ਵੀ ਪੜ੍ਹਦੇ ਨੇ, ਬਸ ਮਹਤ ਲਫ਼ਜ਼ ਹੈ। ਹੁਣ ਇਹਦੇ ਮਹਤ ਦਾ ਮਤਲਬ ਮਹੱਤਵਪੂਰਨ, ਸਿੰਪਲ ਟਰਾਂਸਲੇਸ਼ਨ ਇਹਦੀ ਕਰ ਦਿੰਦੇ ਆ ਵੀ ਜਿਹੜੀ ਚੀਜ਼ ਇੰਪੋਰਟੈਂਟ ਆ, ਵੈਰੀ ਇੰਪੋਰਟੈਂਟ। ਪਰ ਜੇ ਅਸੀਂ ਇਸ ਨੂੰ ਬਹੁਤ ਸ਼ਬਦਕੋਸ਼ ਦੇ ਜ਼ਰੀਏ ਡੀਪ ਲੈਵਲ 'ਤੇ ਸਮਝਣ ਦੀ ਟਰਾਈ ਕਰੀਏ ਤੇ ਮਹਤ ਦਾ ਮਤਲਬ ਬਣਦਾ ਹੈ ਮਮ ਹਿਤ, ਮਾਈਨ ਓਨ ਸੈਲਫ ਇੰਟਰਸਟ, that is mahat, because that's why something is important for me, because I can see my personal very vested kind of interest. mamahit sammalya sach than ਮਾਨ ਮਹਤ ਸੱਚ ਪਾਇਆ ਬਲਰਾਮ ਜੀਓ। ਹੁਣ ਇਹ ਗੁਰੂ ਬਾਬਾ ਜੀ ਬਿਆਨ ਕੀ ਕਰ ਰਹੇ ਨੇ, ਕਿਉਂਕਿ ਇੱਥੇ ਸ਼ਬਦ ਸ਼ੁਰੂ ਹੋਇਆ ਸੀ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕਹਿ ਬਲਰਾਮ ਜੀਓ। ਸਤਿਗੁਰੂ ਤਰੁੱਠਿਆ ਤੇ ਉਸਨੇ ਮੈਨੂੰ ਪ੍ਰਭੂ ਦੇ ਕੌਲ ਰੂਪੀ ਚਰਨ ਫੜਨ ਦੀ ਉਹਦੀ ਜਾਚ ਸਿਖਾ ਦਿੱਤੀ। ਹੁਣ ਇਹ ਬਚਨ ਉੱਥੇ ਸ਼ੁਰੂਆਤ ਵਿੱਚ ਆ ਰਿਹਾ ਸੀਗਾ, ਬੀਤੇ ਕੱਲ ਸੀ ਹਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵਈ। ਮਤਲਬ ਇੱਕ ਜਦੋਂ ਤਰਸ ਦੇ ਘਰ ਵਿੱਚ ਆਉਂਦਾ, ਮਿਲਾਪ ਦੇ ਉਸ ਰੰਗ 'ਚ ਆਉਂਦਾ, ਫਿਰ ਵਿਛੋੜੇ ਦੀ ਵਿੱਚੋਂ ਜਿਹੜੀ ਪੋਸੀਬਿਲਿਟੀ ਹੈ ਟੂ ਗੈਟ ਲੌਸਟ ਔਰ ਟੂ ਗੈਟ ਅਵੇ ਫਰੋਮ ਦ ਕਨੈਕਸ਼ਨ ਆਫ ਅਲਟੀਮੇਟ ਰਿਐਲਿਟੀ, ਇਟਸ ਟੋਟਲੀ ਹੈਵ ਬੀਨ ਯੂ ਕੈਨ ਸੇ ਐਲੀਮੀਨੇਟਿਡ, ਉਹ ਖਤਮ ਹੋ ਗਈ ਉਹਦੇ ਵਿੱਚੋਂ। ਹੁਣ ਜਿਹੜੀ ਬਾਤ ਆ ਰਹੀ ਹੈ ਸੰਭਲਿਆ ਸੱਚ ਥਾਨ ਮਾਨ ਮਹਤ ਸੱਚ ਪਾਇਆ ਬਲਰਾਮ ਜੀਓ। ਸੰਭਲਿਆ ਸੱਚ ਥਾਨ, ਥਾਨ ਜਗ੍ਹਾ ਨੂੰ ਕਿਹਾ ਜਾਂਦਾ ਹੈ, ਸਥਾਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਸ ਨੂੰ ਅਸੀਂ ਸਟੇਟ ਵੀ ਕਹਿੰਦੇ ਹਾਂ, ਸਟੇਟ ਆਫ ਮਾਈਂਡ ਐਕਚੁਅਲ ਲੈਵਲ 'ਤੇ। ਜਿਹੜੀ ਆਪ ਅਹਿਸਾਸ ਕਰੋ, ਇਹਨੂੰ ਸਰਲ ਜਿਹੀ ਐਗਜ਼ਾਮਪਲ ਵਿੱਚ ਲੈਣਾ ਹੋਏ ਤੇ ਕੋਈ ਸ਼ਖਸ ਹੈ, ਉਹ ਜਿਮ ਜਾਂਦਾ ਹੈ, ਕੋਈ ਫੈਮਿਲੀ 'ਚੋਂ ਕਿਸੇ ਨੇ ਪੁਸ਼ ਕੀਤਾ, ਇਨਸਿਸਟ ਕੀਤਾ, ਇੰਸਪੀਰੇਸ਼ਨ ਦੀ, ਕੋਈ ਫਰੈਂਡ ਇਹੋ ਜਿਹਾ ਮਿਲ ਗਿਆ, ਕੁਝ ਜਿਮ ਦਾ ਇੰਸਟਰਕਟਰ ਇਹੋ ਜਿਹਾ ਮਿਲ ਗਿਆ, ਕੁਝ ਟਾਈਮ ਫ੍ਰੀ ਮਿਲ ਗਿਆ, ਕੁਛ ਇਹੋ ਜਿਹਾ ਮਾਹੌਲ ਬਣਿਆ, ਸਰਕਮਸਟੈਂਸਸ ਐਕਚੁਅਲੀ have been created, and by using those circumstances someone is able to enjoy some sort of healthy state of actually physical strength, ਬੜੀ ਆਪਣੀ ਜਿਹੜੀ ਫਿਜ਼ੀਕਲ ਸਮਰੱਥਾ ਹੈ ਉਹਦੀ ਹੈਲਥੀ ਸਟੇਟ ਨੂੰ ਇੰਜੋਏ ਕਰ ਰਿਹਾ, ਮਸਲਸ ਬਣ ਰਹੇ ਨੇ, ਬਾਡੀ ਦੀ ਸ਼ੇਪ ਬਣ ਰਹੀ ਹੈ ਇਸ ਤਰੀਕੇ ਨਾਲ। ਹੁਣ ਉਹ ਬਣਾ ਲਈ ਕੋਈ 2 ਮਹੀਨੇ ਲਗਾ ਕੇ, 3 ਮਹੀਨੇ, 6 ਮਹੀਨੇ, ਸਾਲ ਲਗਾ ਕੇ, ਪਰ ਉਹ ਜਿਹੜੀ ਉਹ ਜਗ੍ਹਾ ਉਹ ਬਣ ਗਈ ਇੱਕ ਵਾਰੀ, ਹੁਣ ਉਸਨੂੰ ਮੇਨਟੇਨ ਕਰਕੇ ਰੱਖਣਾ, that is the hard part. ਮੈਡੀਕਲ ਸਾਇੰਸ ਦੇ ਵਿੱਚ ਇਸ ਚੀਜ਼ ਦੀ ਸਟੱਡੀ ਸਾਡੇ ਕੋਲ ਹੈਗੀ ਹੈ ਕਿ ਕਿਸੇ ਦਾ ਕੋਲੈਸਟਰੋਲ ਹਾਈ ਹੋ ਜਾਂਦਾ ਹੈ, ਕਿਸੇ ਦਾ ਜੋ ਹੈਗਾ ਆ ਕਿਸੇ ਤਰੀਕੇ ਦੇ ਨਾਲ ਸ਼ੂਗਰ ਹਾਈ ਆ ਜਾਂਦੀ ਹੈਗੀ ਏ, ਕਿਸੇ ਨੂੰ ਕੁਝ ਹੋਰ ਕਿਸੇ ਕਿਸਮ ਦੇ ਨਾਲ ਕੁਝ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਮੈਡੀਕਲ ਇੰਟਰਵੈਂਸ਼ਨ ਦੇ ਨਾਲ ਕੰਟਰੋਲ ਕਰਦੇ ਹਾਂ, ਇਹੋ ਜਿਹੀ ਕੋਈ ਕੰਡੀਸ਼ਨ ਬਣਦੀ ਹੈ। ਪਰ ਉਹਦੇ ਨਾਲ
ਉਹ ਬੰਦਾ ਜੇ ਹੈਲਥ ਦੇ ਉੱਤੇ ਥੋੜ੍ਹਾ ਐਮਫਸਾਈਜ਼ ਕਰੇ, ਖਾਣ ਖੁਰਾਕ ਦਾ ਧਿਆਨ ਦੇ, ਥੋੜ੍ਹੀ ਐਕਸਰਸਾਈਜ਼ ਕਰੇ, ਉਹਦੇ ਨਾਲ ਵੀ ਮੇਨਟੇਨ ਕਰ ਸਕਦਾ। ਸੋ ਪਹਿਲੀ ਵਾਰ ਇਹ ਹੁੰਦਾ ਕਿਉਂਕਿ ਤੂੰ ਹੁਣ ਤੇਰੀ ਸ਼ੂਗਰ ਜਿਹੜੀ ਹੈਗੀ ਬਿਲਕੁਲ ਬਾਰਡਰ ਲਾਈਨ ਕ੍ਰਾਸ ਕਰ ਚੁੱਕੀ ਹੈ, ਸੋ ਹੁਣ ਤੂੰ ਪਿਲ ਲੈਣੀ ਸ਼ੁਰੂ ਕਰ ਦੇ, ਜਾਂ ਉਸ ਤਰੀਕੇ ਦੇ ਨਾਲ ਤੂੰ ਜਿਹੜਾ ਹੈ ਥੋੜ੍ਹੀ ਬਾਹਰੋਂ ਜਿਹੜੀ ਇਨਸੂਲਿਨ ਹੈਗੀ ਉਹਦੀ ਇੰਟਰਵੈਂਸ਼ਨ ਕਰ ਲੈ। ਬੰਦਾ ਕਹਿੰਦੇ ਨੋ ਇਟਸ ਓਕੇ, ਆਈ ਵਿਲ ਟਰਾਈ ਮਾਈ ਐਕਚੁਅਲੀ ਅਦਰ ਕਾਈਂਡ ਆਫ ਅਲਟਰਨੇਟਿਵਸ। ਉਹਦੇ ਲਈ ਥੋੜ੍ਹੀ ਐਕਸਰਸਾਈਜ਼ ਜਾਂ ਥੋੜ੍ਹੀ ਫੂਡ ਚੋਇਸਿਸ ਨੇ, ਕਿਉਂਕਿ ਇੱਕਦਮ ਉਹ ਸ਼ੌਕ ਲੱਗਾ ਹੁੰਦਾ, ਉਹਦੇ ਕਰਕੇ ਬੰਦਾ ਕਰਨਾ ਸ਼ੁਰੂ ਕਰ ਦਿੰਦਾ। ਅਤੇ ਉਹ ਹੁੰਦਾ ਕੀ ਹੈ, ਥੋੜ੍ਹੇ ਸਮੇਂ ਲਈ ਤਾਂ ਉਹਨੂੰ ਮੇਨਟੇਨ ਕਰ ਲੈਂਦਾ, ਉਸ ਲੈਵਲ 'ਤੇ ਲੈ ਆਉਂਦਾ, ਹੁਣ ਬਹੁਤ ਹੈਪੀ ਹੁੰਦਾ, ਬਲੱਡ ਵਰਕ ਇਜ਼ ਓਕੇ, ਆਮ ਏਬਲ ਟੂ ਕੰਟਰੋਲ ਇਟ। ਪਰ ਲੌਂਗ ਰਨ ਦੇ ਵਿੱਚ ਜਿਹੜੇ ਉਹਦੇ ਲਈ ਕਮਿਟਮੈਂਟ ਚਾਹੀਦਾ ਹੈ, ਜਿਹੜੇ ਉਹਦੇ ਲਈ ਇਨਵਾਇਰਮੈਂਟ ਚਾਹੀਦਾ, ਜਿਹੜੀ ਪ੍ਰੋਪਰ ਡੈਡੀਕੇਸ਼ਨ ਚਾਹੀਦੀ ਹੈ, ਜਿਹਦੀ ਮਾੜੀ ਜਿਹੀ ਵੀ ਲੈਕਿੰਗ ਹੋ ਜਾਏ, ਦੁਬਾਰਾ ਜਦੋਂ ਫਿਰ ਉਹ ਮੈਡੀਕਲ ਤੱਕ ਜਾਂਦਾ ਹੈ, ਉਹ ਬਿਲਕੁਲ ਵਰਸ ਸਿਚੁਏਸ਼ਨ 'ਚ ਹੋ ਕੇ ਜਾਂਦਾ। ਇਹਦੇ ਬਾਰੇ ਬਹੁਤ ਸਾਰੀਆਂ ਸਟੱਡੀਜ਼ ਹੈਗੀਆਂ ਨੇ। ਬੰਦੇ 'ਚ ਇੱਕ ਫੇਕ ਕੌਨਫੀਡੈਂਸ ਆ ਜਾਂਦਾ, ਯੈਸ ਆਈ ਕੈਨ ਹੈਂਡਲ ਇਟ। ਉਹ ਭਲੇ ਬੰਦੇ, ਜੇ ਤੂੰ ਹੈਂਡਲ ਕਰਨ ਜੋਗਾ ਹੁੰਦਾ ਤਾਂ ਇੱਥੇ ਆਉਣਾ ਨਹੀਂ ਸੀਗਾ। ਪਰ ਜੇ ਹੁਣ ਆ ਕੇ ਤੂੰ ਸੋਚ ਰਿਹਾ ਮੈਂ ਆਈ ਕੈਨ ਐਕਚੁਅਲੀ ਹੈਂਡਲ ਇਟ, ਆਈ ਕੈਨ ਮੇਨਟੇਨ ਇਟ, ਦੈਨ ਬੀ ਅਵੇਅਰ। ਇਹਦੇ ਵਾਸਤੇ ਫਿਰ ਉਹ ਕਹਿੰਦੇ ਨੇ ਕਿ ਤੁਸੀਂ ਪੱਕੇ ਤੌਰ 'ਤੇ ਉਹੋ ਜਿਹੇ ਪ੍ਰੋਗਰਾਮ ਜਿਹੜਾ ਹੈਗਾ ਉਹਨਾਂ 'ਚ ਇਨਰੋਲ ਹੋ ਜਾਓ, ਜਿਨ੍ਹਾਂ ਦੇ ਵਿੱਚ ਜੋ ਟਾਈਮ ਬੇਸਿਸ ਦੇ ਉੱਤੇ ਲਗਾਤਾਰ ਬਲੱਡ ਵਰਕ ਹੋਏ, ਕੋਈ ਤੁਹਾਨੂੰ ਲਗਾਤਾਰ ਚੈੱਕ ਕਰੇ, ਰਿਮਾਈਂਡ ਕਰਾਏ, ਲਗਾਤਾਰ ਇੰਸਿਸਟ ਕਰੇ, ਥੋੜ੍ਹਾ ਬਹੁਤਾ ਤੁਹਾਨੂੰ ਹੈਲਪ ਕਰੇ, ਗਾਈਡ ਕਰੇ, ਪੁਸ਼ ਕਰੇ। ਉਹ ਸਾਰੇ ਚੀਜ਼ ਨੂੰ ਮੇਨਟੇਨ ਕਰਕੇ ਰੱਖਣ ਵਾਸਤੇ ਤੁਹਾਡੀ ਭਾਵੇਂ ਡਾਈਟ ਆ, ਭਾਵੇਂ ਐਕਸਰਸਾਈਜ਼ ਆ, ਫਿਜ਼ੀਕਲ ਤੁਹਾਡਾ ਵਰਕਆਊਟ ਆ, ਸਭ ਚੀਜ਼ਾਂ ਨੂੰ ਜੇ ਥੋੜ੍ਹਾ ਜਿਹਾ ਵੀ ਕਿਤੇ ਉਹਦੇ 'ਚ ਤੁਸੀਂ ਲੈਕਿੰਗ ਕਰ ਗਏ ਤਾਂ ਦੁਬਾਰਾ ਹੋ ਸਕਦਾ ਹੈ, ਕਿਉਂਕਿ ਏਜ ਵੀ ਵੱਧ ਰਹੀ ਹੈ, ਡੇ ਬਾਈ ਡੇ ਬਾਡੀ ਦੀ ਕੈਮਿਸਟਰੀ ਵੀ ਉਸ ਤਰੀਕੇ ਦੀ ਨਹੀਂ ਰਹਿ ਰਹੀ, ਐਂਡ ਯੂ ਮਾਈਟ ਗੈਟ ਓਨਲੀ ਟੂਵਰਡ ਦਾ ਓਨਲੀ ਐਕਚੁਅਲੀ ਬੈਡ ਸਾਈਡ ਐਟ ਦਾ ਐਂਡ। ਸੋ ਉਸ ਚੀਜ਼ ਸਾਰੇ ਤੋਂ ਬਚਾਅ ਵਾਸਤੇ ਜਿਹੜੀ ਮੈਂ ਐਗਜ਼ਾਮਪਲ ਇੱਥੇ ਕਰਨੀ ਚਾਹ ਰਿਹਾ ਉਹ ਇਹ ਹੈ ਕਿ ਇੱਕ ਸਟੇਟ ਡਿਵੈਲਪ ਕਰ ਲੈਣੀ ਇੱਕ ਲੈਵਲ 'ਤੇ, ਭਾਵੇਂ ਉਹ ਫਿਜ਼ੀਕਲ ਹੈਲਥ ਵਿੱਚ ਆ, ਭਾਵੇਂ ਉਹ ਜਸਟ ਆਪਣੀ ਬਾਡੀ ਦੀ ਸ਼ੇਪ ਵਿੱਚ ਆ, ਸਾਰੇ ਦੇ ਵਿੱਚ ਇਟਸ ਅ ਹਾਰਡ ਪਾਰਟ, ਬਟ ਪੀਪਲ ਕੈਨ ਅਚੀਵ, ਪੀਪਲ ਕੈਨ ਡੂ ਇਟ। ਬਟ ਉਹਨੂੰ ਮੇਨਟੇਨ ਕਰਕੇ ਰੱਖਣਾ ਲਗਾਤਾਰ ਐਜ਼ ਇਟ ਇਜ਼, ਦਿਸ ਇਜ਼ ਅ ਵੈਰੀ ਹਾਰਡ ਪਾਰਟ। ਉਸਨੂੰ ਉਸ ਤਰੀਕੇ ਨਾਲ ਲਗਾਤਾਰ ਕੰਸਿਸਟੈਂਟ ਲੈਵਲ 'ਤੇ ਰੱਖਣਾ। ਇਹਦੀ ਐਗਜ਼ਾਮਪਲ ਲਿਟਰੇਚਰ 'ਚ ਦਿੱਤੀ ਜਾਂਦੀ ਹੈ। ਵੈਸੇ ਤਾਂ ਰੂਮੀ ਦਾ ਲਿਖਿਆ ਇੱਕ ਪੂਰਾ ਉਹਦੇ ਦੀਵਾਨ ਵਿੱਚ ਇੱਕ ਪੂਰਾ ਉਹਦਾ ਹਕਾਇਤ ਆ। ਉਹ ਕਹਿੰਦਾ ਕਿ ਕਿਸੇ ਨੇ ਕੋਈ ਦੁਕਾਨ ਖੋਲ੍ਹਣੀ ਹੋਏ, ਦੁਕਾਨ ਖੋਲ੍ਹਣੀ ਐਡਾ ਵੱਡਾ ਕੰਮ ਨਹੀਂ ਹੈਗਾ। ਇਫ ਯੂ ਵਾਂਟ ਟੂ ਓਪਨ ਏ ਬਿਜ਼ਨਸ ਯੂ ਕੈਨ ਓਪਨ ਇਟ। ਕੈਨੇਡਾ ਵਰਗੇ ਮੁਲਕ 'ਚ ਰਹਿੰਦੇ ਆ, ਥੋੜ੍ਹੀ ਜਿਹੀ ਪੂੰਜੀ ਕੋਲੋਂ ਪਾਈ, ਥੋੜ੍ਹਾ ਬੈਂਕ ਕੋਲੋਂ ਲੋਨ ਲਿਆ, ਸਾਰਾ ਕੁਛ ਕਰਕੇ ਤੁਸੀਂ ਕੋਈ ਬਿਜ਼ਨਸ ਓਪਨ ਕਰ ਲੈਂਦੇ ਹੋ। ਦੁਕਾਨ ਖੁੱਲ੍ਹੀ ਰੱਖਣੀ, ਉਸ ਬਿਜ਼ਨਸ ਨੂੰ ਇੱਕ ਰਨਿੰਗ ਕੰਡੀਸ਼ਨ ਵਿੱਚ ਰੱਖਣਾ ਲਗਾਤਾਰ ਲੌਂਗ ਰਨ ਦੇ ਵਿੱਚ, ਦੈਟ ਇਜ਼ ਅ ਹਾਰਡ ਪਾਰਟ। ਕਿਉਂਕਿ ਉਹਦੇ ਵਾਸਤੇ ਬਕਾਇਦਾ ਤੌਰ 'ਤੇ ਪਿੱਛੇ ਹੋਰ ਪੂੰਜੀ ਵੀ ਚਾਹੀਦੀ ਹੈ, ਸਕਿੱਲ ਵੀ ਚਾਹੀਦੀ ਹੈ, ਪੇਸ਼ੈਂਸ ਵੀ ਚਾਹੀਦਾ ਆ, ਬਹੁਤ ਕੁਛ ਚਾਹੀਦਾ ਉਹਦੇ ਲਈ। ਉਸ ਚੀਜ਼ ਨੂੰ ਮੇਨਟੇਨ ਕਰਕੇ ਲਗਾਤਾਰ ਉਸ ਲੈਵਲ 'ਤੇ ਲੈ ਕੇ ਰੱਖਣਾ। ਬੰਦਾ ਅਧਿਆਤਮੀ ਤਲ 'ਤੇ, ਰੂਹਾਨੀ ਤਲ 'ਤੇ ਵੀ ਕਈ ਵਾਰ ਕੋਈ ਬੂਸਟ ਮਿਲਦਾ ਆ, ਯੂ ਫੀਲ ਸਮਥਿੰਗ, you actually have different kind of feeling inside and you really enjoy it, but at the same time are you able to maintain it in each and every condition, or in actually for a long run? That is a main question. Baba ji is saying ਸੰਭਲਿਆ ਸੱਚ ਥਾਨ, ਇਹ ਹੈ ਸੰਭਲਿਆ। ਹੁਣ ਉਹ ਚੀਜ਼ ਆਪਣੇ ਆਪ ਇਵੋਲਵ ਹੋ ਰਹੀ ਹੈ। ਜਿਹੜੀ ਉਹ ਮੇਨਟੇਨੈਂਸ ਦੀ ਗੱਲ ਸੀ ਨਾ, ਉਹ ਆਪਣੇ ਆਪ ਵਾਪਰ ਰਹੀ ਹੈ। ਹੁਣ ਉਹ ਸੱਚ ਦਾ ਸਥਾਨ ਜਿਹੜਾ ਸਟੇਟ ਆਫ ਮਾਈਂਡ ਜਿਹੜੀ ਹੈ ਉਹ ਗਵਾਚ ਨਹੀਂ ਰਹੀ। ਇਹ ਨਹੀਂ ਜਿਹਨੂੰ ਬਾਬਾ ਕਬੀਰ ਜੀ ਨੇ ਕਿਹਾ ਸੀ ਨਾ, ਕਬਹੂ ਜੀੜਾ ਊਬ ਚੜ੍ਹਦਾ ਹੈ, ਕਬਹੂ ਜਾਏ ਪਿਆਲੇ। ਉਹ ਚੰਚਲਤਾ, ਉਸਨੂੰ ਕਿਤੇ ਨਾ ਕਿਤੇ ਹੁਣ ਇੱਕ ਕੰਟਰੋਲ ਮਿਲ ਰਿਹਾ ਹੈ, ਉਹ ਸਥਿਰਤਾ 'ਚ ਆ ਰਹੀ ਹੈ। ਸੰਭਲਿਆ ਸੱਚ ਥਾਨ, ਇਹ ਸਟੇਟ ਆਫ ਮਾਈਂਡ ਮੈਂ ਮਾਣ ਪਾ ਰਿਹਾ ਵਾਂ। ਗੁਰੂ ਅਰਜਨ ਸਾਹਿਬ ਇਹ ਬਿਆਨ ਕਰਦੇ, ਸਾਨੂੰ ਪ੍ਰੇਰਦੇ ਨੇ, ਸਾਨੂੰ ਇੰਸਪੀਰੇਸ਼ਨ ਦਿੰਦੇ ਨੇ। ਬੰਦੇ ਜੇ ਤੂੰ ਗੁਰੂ ਦੇ ਰਾਹ 'ਤੇ ਤੁਰੇਂਗਾ, ਗੁਰੂ ਨੂੰ ਦਾਮਨ ਫੜੇਂਗਾ,
ਗੁਰੂ ਦੇ ਹਵਾਲੇ ਆਪਣੀ ਬਾਂਹ ਕਰੇਗਾ ਤੇ ਗੁਰੂ ਦਾ ਗ੍ਰਿਪ ਬਹੁਤ ਸਟਰੋਂਗ ਆ। ਜਿਹਦੇ ਬੀਤੇ ਕੱਲ ਕਿਹਾ ਵਿਛੋੜਾ ਨਹੀਂ ਪਏਗਾ, ਅੱਜ ਕਿਹਾ ਸੰਭਲਿਆ ਸੱਚ ਥਾਨ। ਉਹ ਜਿਹੜੀ ਸਟੇਟ ਆਫ ਮਾਈਂਡ ਆ ਉਹ ਇੱਕ ਮੇਨਟੇਨ ਰਹਿ ਸਕੇਗੀ ਉਸ ਤਰੀਕੇ ਦੇ ਨਾਲ। ਮਾਨ ਮਹਤ ਸੱਚ ਪਾਇਆ, ਮਾਨ ਮਹਤ ਉਹ ਮਾਨ ਜਿਹੜਾ ਮਮ ਹਿੱਤ, ਜਿਹਦੇ 'ਚ ਮੇਰਾ ਅਸਲ ਹਿੱਤ ਮੌਜੂਦ ਆ। ਜਿਵੇਂ ਇਹਨੂੰ ਇਸ ਤਰ੍ਹਾਂ ਜਾਣੋ, ਹਾਲਾਂਕਿ ਸਾਰੀ ਹਿਊਮਨ ਸਾਈਕੋਲੋਜੀ 'ਚ ਬਹੁਤ ਸਾਰੀਆਂ ਚੀਜ਼ਾਂ ਅੱਜ ਆ ਗਈਆਂ ਨੇ। ਤੁਸੀਂ ਕਿਸੇ ਨੂੰ ਬੱਚੇ ਨੂੰ ਇੱਕ ਤਰ੍ਹਾਂ ਦੇ ਨਾਲ ਕੁਝ ਇਹੋ ਜਿਹੀ ਫੀਡ ਦਿੰਦੇ ਹੋ, ਮਤਲਬ ਉਹਨੂੰ ਫੀਡਬੈਕ ਦਿੰਦੇ ਹੋ, ਉਸ ਨੂੰ ਕੋਈ ਇਸ ਕਿਸਮ ਦੀ ਉਸ ਨੂੰ ਵਰਡਸ ਕਹਿੰਦੇ ਹੋ ਜਿਹਦੇ 'ਚ ਪ੍ਰੇਜ਼ ਹੈ, ਤੇ ਪ੍ਰੇਜ਼ ਫੇਕ ਨਹੀਂ। ਕੋਈ ਉਹਨੇ ਕੰਮ ਕੀਤਾ, ਉਸ ਕੰਮ ਦੇ ਇਵਜ਼ ਵਿੱਚ ਕੋਈ ਐਕਟ ਕੀਤਾ, ਉਸ ਐਕਟ ਦੇ ਉਸ ਨੂੰ ਰਿਜ਼ਲਟ ਵਿੱਚ ਤੁਸੀਂ ਉਸ ਨੂੰ ਉਸ ਤਰ੍ਹਾਂ ਦੀ ਫੀਡਬੈਕ ਦਿੰਦੇ ਹੋ, ਉਹਨੂੰ ਮਾਣਦਾ ਹੈ, ਉਹਨੂੰ ਇੰਜੋਏ ਕਰਦਾ ਆ। ਉਹ ਜਿਹੜੀ ਇੰਜੋਏਮੈਂਟ ਆ, ਉਹ ਜਿਹੜਾ ਮਾਣ ਆ, ਜਿਹੜੀ ਉਹਦੀ ਇੱਕ ਤਰ੍ਹਾਂ ਦੀ ਉਸ ਤਰੀਕੇ ਨਾਲ ਉਹਨੂੰ ਫੀਡ ਮਿਲਦੀ ਉਸ ਰੂਪ ਦੇ ਵਿੱਚ, ਉਹਨੂੰ ਲੱਗਦਾ ਹੈ ਲੈਟਸ ਐਕਚੁਅਲੀ ਰਿਪੀਟ ਇਟ, ਮੈਂ ਇਹਨੂੰ ਦੁਬਾਰਾ ਕਿਉਂ ਨਾ ਪ੍ਰਾਪਤ ਕਰਾਂ। ਇਸੇ ਕਰਕੇ ਹਾਲਾਂਕਿ ਹਾਰਡ ਆ ਥੋੜ੍ਹਾ ਜਿਹਾ, ਜਿਵੇਂ ਬੱਚਾ ਛੋਟਾ ਹੁੰਦਾ ਹੈ, ਉਹ ਕੋਈ ਬਹੁਤ ਨੋਟੀਨੈਸ ਕਰਦਾ, ਸ਼ਰਾਰਤ ਕਰਦਾ, ਖਾਸ ਕਰਕੇ ਪੰਜਾਬੀ ਸਮਾਜ ਜੇ ਅਸੀਂ ਦੇਖਦੇ ਹੈਗੇ ਆ, ਉਹ ਕੁਛ ਰੋਂਗ ਵਰਡ ਯੂਜ਼ ਕਰਦਾ ਹੈ ਕਿਸੇ ਤਰੀਕੇ ਦੇ ਨਾਲ, ਐਂਡ ਵੀ ਟਰਾਈ ਟੂ ਬਾਈਟ ਵਿਦ ਓਪਨ ਹਾਰਟ, ਵੀ ਰੀਅਲੀ ਐਕਚੁਅਲੀ enjoy it, we really laugh at it, and we really want to actually tell that kid, yes, we are attending it. ਉਹਨੂੰ attention ਮਿਲ ਗਈ, ਉਹਨੂੰ ਲੱਗਾ ਓਕੇ ਅਟੈਂਡ ਕਰਦੇ ਆ, ਆਪਾਂ ਰਿਪੀਟ ਕਰਦੇ ਆ। ਉਹ 2 4 10 15 ਵਾਰ ਰਿਪੀਟ ਕਰਦਾ ਹੈ। ਹੁਣ ਕੀ ਹੋ ਗਿਆ, ਹੁਣ ਉਹਦਾ ਬਿਹੇਵੀਅਰ ਬਣਨਾ ਸ਼ੁਰੂ ਹੋ ਗਿਆ, ਕਿਉਂਕਿ ਉਹਨੂੰ ਲੱਗ ਗਿਆ ਕਿ ਜੋ ਤੇ ਫੀਡ ਮਿਲਦੀ ਹੁਣ ਮੈਨੂੰ, ਤੇ ਫੀਡ ਮਿਲਦੀ ਹੈ ਚੰਗੀ। ਅਲਟੀਮੇਟਲੀ ਜਦੋਂ ਤੱਕ ਉਸ ਨੂੰ ਫੀਡ ਤੁਸੀਂ ਗਲਤ ਦੇਣੀ ਸ਼ੁਰੂ ਕਰੋਗੇ ਜਾਂ ਉਸ ਨੂੰ ਇਹ ਕਹੋਗੇ ਕਿ ਨੋ ਇਟਸ ਅਨਐਕਸੈਪਟੇਬਲ, ਉਨੀ ਦੇਰ ਤੱਕ ਉਹਦੇ ਅੰਦਰ ਦੀ ਦੁਨੀਆ ਲਾਈਨ ਕ੍ਰਾਸ ਕਰ ਚੁੱਕੀ ਹੋਏਗੀ। ਹੁਣ ਬਹੁਤ ਹਾਰਡ ਆ, ਕਿਉਂਕਿ ਇਹ ਸਮਝਣਾ ਉਸ ਲੈਵਲ ਤੇ ਰੈਸ਼ਨਲ ਮਾਈਂਡ ਅਜੇ ਆਇਆ ਹੀ ਨਹੀਂਗਾ ਕਿ ਵਾਟਸ ਰੋਂਗ ਵਿਦ ਥੀਸ ਪੀਪਲ। They really enjoyed that time when I was making some kind of nonsense behavior, and now they're totally against of it. ਹੁਣ ਆਹ ਜਿਹੜੀ ਚੀਜ਼ ਆ, ਇੱਥੇ ਲਾਈਨਾਂ ਥੋੜ੍ਹੀਆਂ ਕਲੀਅਰ ਕਰਨੀਆਂ ਇਹ ਬੜੀਆਂ ਜ਼ਰੂਰੀ ਨੇ। ਪਰ ਇਹਦੇ ਨਾਲ ਜਦੋਂ ਖੈਰ ਬੰਦਾ ਮੈਚਿਓਰ ਲੈਵਲ 'ਤੇ ਆ ਗਿਆ, ਜਿਹਨੂੰ ਸਾਈਮਨ ਫਰਾਇਡ ਕਹਿੰਦਾ ਕਿ ਸੁਪਰ ਈਗੋ ਕੰਟਰੋਲ ਕਰਦੀ ਤੁਹਾਨੂੰ। ਹੁਣ ਸੁਪਰ ਈਗੋ ਬੰਦਾ ਬਾਹਰੋਂ ਮਾਣ ਪ੍ਰਾਪਤ ਕਰਨਾ ਚਾਹੁੰਦਾ ਹੈ। ਸਾਡਾ ਕੈਨੇਡੀਅਨ ਕਲਚਰ ਆ, ਕੈਨੇਡੀਅਨ ਕਲਚਰ ਦੇ ਵਿੱਚ ਜਿਹਨਾਂ ਨੂੰ ਮੈਜਿਕ ਵਰਡਸ ਕਹਿੰਦੇ ਆ ਬੱਚਿਆਂ ਵਾਸਤੇ, ਐਕਸਕਿਊਜ਼ ਮੀ, ਥੈਂਕ ਯੂ, ਸੌਰੀ, ਇਟਸ ਮਾਈ, ਆਈ ਐਕਚੁਅਲੀ ਪ੍ਰੈਜ਼ੈਂਟ ਮਾਈ ਅਪੋਲੋਜੀ। ਇਸ ਕਿਸਮ ਦੇ ਛੋਟੇ ਛੋਟੇ ਜਿਹੜੇ ਵਰਡ ਨੇ, ਬੜੀ ਜਿਹਨੂੰ ਕਿਹਾ ਜਾਏ ਕਿ ਇੱਕ ਪੋਲਾਈਟਨੈਸ। ਜਿਵੇਂ ਜੋਕ ਅਕਸਰ ਸੁਣਾਇਆ ਜਾਂਦਾ ਹੈ ਕਿ ਮਤਲਬ ਕੋਈ ਬੱਚਾ ਸਵਿਮਿੰਗ ਪੂਲ ਦੇ ਵਿੱਚ ਤੋਂ ਬਾਹਰ ਨਹੀਂ ਆ ਰਿਹਾ, ਵਟ ਇਜ਼ ਦ ਕੈਨੇਡੀਅਨ ਵੇ ਟੂ ਗੈਟ ਹਿਮ ਆਊਟ ਫਰੋਮ ਔਰ ਹਰ ਆਊਟ ਫਰੋਮ ਦੈਟ ਸਵਿਮਿੰਗ ਪੂਲ। ਅਤੇ ਉਹਦੇ 'ਚੋਂ ਕਹਿੰਦੇ ਕਿ ਉਹਦਾ ਸਿੰਪਲ ਜਿਹਾ ਤਰੀਕਾ ਇਹ ਹੈ ਕਿ ਸੌਰੀ, ਆਈ ਐਮ ਐਕਚੁਅਲੀ ਟੈਲਿੰਗ ਯੂ ਦਿਸ, ਬਟ ਪਲੀਜ਼ ਇਫ ਯੂ ਕੈਨ ਯੂ ਕਮ ਆਊਟ ਆਫ ਦਿਸ ਸਵਿਮਿੰਗ ਪੂਲ। ਮਤਲਬ ਪੋਲਾਈਟਨੈਸ ਜਿਹੜੀ ਹੈ ਉਹ ਫਾਈਬਰ ਵਿੱਚ ਪਾਈ ਜਾਏ ਇਸ ਰੂਪ ਦੇ ਵਿੱਚ। ਕੈਨੇਡੀਅਨ ਕਲਚਰ 'ਚ ਰਹਿੰਦਿਆਂ ਹੋਇਆਂ ਮਾੜੀ ਮਾੜੀ ਗੱਲ ਦੇ ਉੱਤੇ ਜਿਹੜਾ ਹੈਗਾ ਸੌਰੀ ਕਹਿਣਾ, ਐਕਸਕਿਊਜ਼ ਮੀ ਕਹਿਣਾ, ਥੈਂਕ ਯੂ ਕਹਿਣਾ, ਇਹ ਆਮ ਬਿਹੇਵੀਅਰ ਹੈ ਇਸ ਰੂਪ ਦੇ ਅੰਦਰ। ਇਹ ਸਭ ਕਰਦਿਆਂ ਹੋਇਆ ਲੱਗਦਾ ਕਿ ਅਸੀਂ ਚੰਗਾ, ਆਪਣੇ ਆਪ ਨੂੰ ਚੰਗਾ ਪ੍ਰਟੈਂਡ ਕਰਾਉਣ ਦੀ ਟਰਾਈ ਕਰਦੇ ਹਾਂ ਇਸ ਸਭ ਰੂਪ ਦੇ ਵਿੱਚ। ਪਰ ਜੇ ਡੀਪ ਲੈਵਲ 'ਤੇ ਦੇਖਿਆ ਜਾਏ, ਇਹ ਸੁਸਾਇਟੀ ਦੇ ਵਿੱਚ ਰੇਸ਼ਿਜ਼ਮ ਵੀ ਹੈਗਾ, ਡਿਸਕ੍ਰਿਮੀਨੇਸ਼ਨ ਵੀ ਹੈਗਾ, ਕ੍ਰਾਈਮ ਵੀ ਹੈਗਾ,
ਡੋਮੈਸਟਿਕ এনवायरमेंट ਆਪਾਂ ਤੇ ਪੀਲ ਰੀਜਨ ਦੇ ਆ ਇਸ ਇਟੋਬੀਕੋ ਇਸ ਏਰੀਆ ਦੀ ਕਈ ਵਾਰੀ ਗੱਲ ਕਰਦੇ ਕਿ ਬੜਾ ਜ਼ਿਆਦਾ ਹੈਗਾ ਇਸ ਕੋਵਿਡ-19 ਦੇ ਵਿੱਚ। ਲੰਡਨ ਸ਼ਹਿਰ ਓਨਟਾਰੀਓ ਲੰਡਨ ਦੀ ਰਿਪੋਰਟ ਆਈ ਹੈ, no one can believe ਕਿ ਡੋਮੈਸਟਿਕ এনवायरमेंट ਦੇ ਵਿੱਚ ਕਿੰਨੀ ਵਾਇਲੈਂਸ ਅਗੇਂਸਟ ਵਿਮਨ, ਅੱਜ ਇੰਟਰਨੈਸ਼ਨਲ ਵਿਮਨ ਡੇ ਹੈ, ਖਾਸ ਕਰਕੇ ਦੇਖਿਆ ਜਾਏ ਕਿੱਡੇ ਵੱਡੇ ਲੈਵਲ ਤੇ ਹੈ। ਜਿੱਥੋਂ ਪਤਾ ਲੱਗਦਾ ਹੈ ਕਿ ਸੋਸਾਇਟੀ ਭਾਵੇਂ ਉੱਪਰ ਸਰਫੇਸ ਤੇ ਵੈਰੀ ਪੋਲਾਈਟ ਐਂਡ ਵੈਰੀ ਯੂ ਕੈਨ ਸੇ ਜੈਂਟਲ ਕਾਈਂਡ ਆਫ ਲੁੱਕ ਦੇ ਰਹੀ ਹੈ, ਬਟ ਜੋ ਤੁਸੀਂ ਥੋੜ੍ਹੇ ਜਿਹਾ ਥੱਲੇ ਜਾਓਗੇ ਪਤਾ ਲੱਗਾ ਨੋ ਸੁਪਰ ਈਗੋ ਹੈ ਬਾਹਰ ਸਮਾਜ ਵਿੱਚ ਆਲਾ ਦੁਆਲਾ ਵੇਖ ਰਿਹਾ ਹੈ। ਸੋ ਆਈ ਹੈਵ ਟੂ ਬੀ ਵੈਰੀ ਪੋਲਾਈਟ, ਆਈ ਹੈਵ ਟੂ ਬੀ ਵੈਰੀ ਐਕਚੁਅਲੀ ਕਾਈਂਡ ਆਫ ਬੜਾ ਕਾਈਂਡ ਹਾਰਟਡ ਤੇ ਬੜਾ ਭਦਰ ਰੂਪ ਦੇ ਵਿੱਚ, ਬੜਾ ਸੱਭਿਅਕ ਰੂਪ ਦੇ ਵਿੱਚ, ਜਿਹਨੂੰ ਕਿਹਾ ਜਾਏ ਬੜਾ ਸਿਵਲਾਈਜ਼ਡ ਬਿਹੇਵੀਅਰ ਨਾਲ ਮੈਂ ਲੋਕਾਂ ਦੇ ਸਾਹਮਣੇ ਪੇਸ਼ ਹੋਵਾਂ। ਪਰ ਇਹ ਚੀਜ਼ ਅੰਦਰੋਂ ਜਦੋਂ ਨਿਕਲਦੀ ਹੈ ਤਾਂ ਉਹ ਇਸ ਕਰਕੇ ਨਹੀਂ ਨਿਕਲਦੀ ਕਿਉਂਕਿ ਮੈਂ ਕਿਸੇ ਨੂੰ ਵਿਖਾਉਣਾ ਆ, ਕਿਸੇ ਨੂੰ ਦੱਸਣਾ ਆ ਨਾ, ਮੇਰਾ ਅੰਦਰ ਕਿਸੇ ਅੰਦਰ ਦੀ ਦੁਨੀਆ ਦਾ ਉਸ ਖੁਰਾਕ ਨੂੰ ਖਾ ਰਿਹਾ ਹੈ ਜਿਹੜੀ ਮੇਰੇ ਅੰਦਰੋਂ ਮੈਨੂੰ ਖੁਦ ਫੀਡ ਕਰ ਰਹੀ ਹੈ, ਮੈਨੂੰ ਇਹ ਦੱਸ ਰਹੀ ਹੈ ਕਿ ਯੂ ਨੋ ਬੀਇੰਗ ਏ ਹਿਊਮਨ, ਇਸ ਤੋਂ ਵਧੀਆ ਅਮਲ ਕੋਈ ਨਹੀਂਗਾ, ਇਸ ਤੋਂ ਵਧੀਆ ਐਕਟ ਕੋਈ ਨਹੀਂਗਾ। ਆਹ ਬੈਸਟ ਚੀਜ਼ ਹੈ। ਇਹ ਹੈ ਸੰਭਲ ਲਿਆ ਸੱਚ ਥਾਨ, ਉਹ ਥਾਨ ਸੰਭਲ ਗਿਆ ਹੁਣ। ਇਹ ਜਿਹੜੀ ਚੀਜ਼ ਹੈ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਸੰਭਲ ਲਿਆ ਸੱਚ ਥਾਨ, ਤੇ ਇਹ ਮੁਹੱਬਤ ਉਹਨਾਂ ਗੁਣਾਂ ਦੀ ਏ, ਉਹਨਾਂ ਅਮਲਾਂ ਦੀ ਏ, ਉਹਨਾਂ ਖਿਆਲਾਂ ਦੀ ਏ, ਉਹਨਾਂ ਬਚਨਾਂ ਦੀ ਏ ਜਿਨ੍ਹਾਂ ਦੇ ਵਿੱਚ ਰੱਬ ਵਸਦਾ ਆ। ਗੁਰੂ ਅਰਜਨ ਸਾਹਿਬ ਕਹਿੰਦੇ ਇਹ ਤਰਸ ਹੋ ਗਿਆ ਕਰਤਾਰ ਦਾ, ਇਹ ਚੀਜ਼ਾਂ ਹੀ ਇਵੋਲਵ ਐਵੇਂ ਹੋ ਗਈਆਂ। ਕਿਸੇ ਨੂੰ ਮੰਦਾ ਬੋਲ ਕੇ, ਕਿਸੇ ਬਾਰੇ ਮੰਦਾ ਸੋਚ ਕੇ ਇਹ ਖੁਸ਼ੀ ਆਉਣ ਵਾਲੀ ਚੀਜ਼ ਹੀ ਚਲੀ ਗਈ ਅੰਦਰੋਂ। ਕਿਸੇ ਨੂੰ ਬੈਡ ਫੀਲ ਕਰਾ ਕੇ, ਕਿਸੇ ਦੀ ਫੀਲਿੰਗ ਹਰਟ ਕਰਕੇ, ਕਿਸੇ ਦੇ ਬਾਰੇ ਇਸ ਕਿਸਮ ਦਾ ਓਪੀਨੀਅਨ ਬਣਾ ਕੇ, ਕਿਸੇ ਨੂੰ ਐਵੇਂ ਮਤਲਬ ਜੱਜ ਕਰਕੇ ਨਾ, ਹੁਣ ਖੁਸ਼ੀ ਮਿਲਣ ਵਾਲੀ ਉਹ ਚੀਜ਼ ਹੀ ਅੰਦਰੋਂ ਖਤਮ ਹੋ ਗਈ। ਸੰਭਲਿਆ ਸੱਚ ਥਾਨ ਐਕਚੁਅਲੀ ਆਇਆ, ਇਟਸ ਅ ਸਟੇਟ ਆਫ ਮਾਈਂਡ। ਆਈ evolved it with the help of my guru, my master. ਸੰਭਲਿਆ ਸੱਚ ਥਾਨ, ਮਾਨ ਮਹਤ ਸੱਚ ਪਾਇਆ। ਇਹਦੇ ਵਿੱਚੋਂ ਜਿਹੜੀ ਫੀਡ ਮਿਲ ਰਹੀ ਹੈ ਉਹ ਮੇਰੇ ਨਿਜ ਦੀ ਆਪਣੀ ਹੈ, ਮਮਹਿਤ, ਮੇਰਾ ਸੈਲਫ ਇੰਟਰਸਟ ਫੁੱਲਫਿਲ ਹੁੰਦਾ ਹੈ ਇਹਦੇ ਵਿੱਚ। ਤੇ ਇਹ ਸੈਲਫ ਇੰਟਰਸਟ ਉਹ ਨਹੀਂ ਕਿ ਮੈਂ ਲੋਕਾਂ ਦੀ ਨਜ਼ਰਾਂ 'ਚ ਚੰਗਾ ਬਣ ਜਾਵਾਂ, ਮੈਂ ਆਲੇ ਦੁਆਲੇ 'ਚ ਚੰਗਾ ਬਣ ਜਾਵਾਂ। ਹਾਲਾਂਕਿ ਉਹ ਚੀਜ਼ ਮਾੜੀ ਨਹੀਂ ਗੀ, ਬੰਦਾ ਧਰਮ ਨਾ ਵੀ ਪਾਲੇ, ਲੋਕ ਲਾਜ ਵੀ ਪਾਲੇ ਥੋੜ੍ਹੀ ਬਹੁਤੀ। ਸ਼ਰਮ ਧਰਮ ਤੋਂ ਹੀ ਛੱਪ ਖੁੱਲੋਏ ਅਸੀਂ ਪੜ੍ਹਦੇ ਹਾਂ, ਫਿਰ ਹੀ ਕੂੜ ਪ੍ਰਧਾਨ ਹੋਇਆ। ਜਿੱਥੇ ਐਟਲੀਸਟ ਲੋਕ ਲਾਜ ਦੀ ਚੀਜ਼ ਆਵੇ, ਉਹ ਚੀਜ਼ਾਂ ਆ ਜਾਣ, ਫਿਰ ਉਹ ਇਕੱਲਾ ਲੋਕ ਲਾਜ ਵਿਖਾਵਾ ਨਾ ਹੋਏ, ਉਹ ਵੀ ਤੰਗ ਕਰਦਾ। ਹਿਪੋਕ੍ਰੇਸੀ ਹੀ ਹੁੰਦੀ, ਪਖੰਡ। ਕਿਸੇ ਦੇ ਸਾਹਮਣੇ ਬੜਾ ਚੰਗਾ, ਉਹ ਤਸਵੀਰ ਤੋਂ ਲਾਮੇ ਕਰੋ, ਨਾਲ ਦੀ ਨਾਲ ਅੰਦਰੋਂ ਮਾੜਾਪਨ ਆ ਗਿਆ, ਉਹ ਦੈਟਸ ਨਾਟ ਗੁੱਡ। ਪੋਲੀਟੀਕਲ ਸਿਨੈਰੀਓ ਦੇ ਵਿੱਚ ਜਦੋਂ ਉਗੜ ਗਿਆ ਜੈਸੇ ਖੋਟਾ ਟੱਬੂਆ ਨਦਰ ਸਰਾਫੇ ਆਈ, ਲੋਕੀ ਆਪਣੇ ਰਿਪਰੈਜ਼ੈਂਟੇਟਿਵ ਚੂਜ਼ ਕਰਦੇ ਆਪਣੇ ਮਤ ਵੋਟ ਪਾ ਕੇ, ਤੇ ਇਸ ਕਰਕੇ ਪਾਉਂਦੇ ਵੀ ਲੋਕ ਜਦੋਂ ਉਹ ਸ਼ਬਸ ਬਾਗ ਵਿਖਾਉਂਦੇ ਕਿ ਯੂ ਨੋ ਮੇਰੇ ਤੋਂ ਚੰਗਾ ਬੰਦਾ ਨਹੀਂ ਲੱਭਣਾ ਤੁਹਾਨੂੰ ਇਸ ਸਾਰੇ ਸ਼ੋਅ ਨੂੰ ਰਨ ਕਰਨ ਵਾਸਤੇ। ਤੁਸੀਂ ਜਿਹੜਾ ਟੈਕਸ ਪੇ ਕਰੋਗੇ, ਤੁਸੀਂ ਜਿਹੜੀਆਂ ਪਾਲਿਸੀਜ਼ ਫੋਲੋ ਕਰੋਗੇ, ਤੁਸੀਂ ਜਿਹੜਾ ਇਹ ਸਾਰੇ ਲਈ ਮੈਨੂੰ ਅਲਾਓ ਕਰੋ। I am the best fit in this all actually political scenario. Look at the yes, that individual is really good. Give him or her chance. ਚਲੋ ਜੀ, ਚਲਾ ਗਿਆ। ਮੁੜ ਕੇ ਕੀ ਹੋਇਆ? ਇੱਥੇ ਇੱਕ ਜਿਹੜਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਕਹਿੰਦਾ ਮੀਡੀਆ, ਉਹਦਾ ਕੰਮ ਹੈ ਐਨਾਲਿਸਿਸ ਕਰਨਾ। ਹਾਲਾਂਕਿ ਅੱਜ ਤੇ ਕੁਝ ਮੁਬਾਲਿਕ ਦੇ ਵਿੱਚ ਉਹਦਾ ਕੰਮ ਤੇ ਬਿਲਕੁਲ ਹੀ ਉਲਟ ਹੋ ਗਿਆ ਹੈ, ਪਰ ਉਹਦਾ ਕੰਮ ਐਕਚੁਅਲ ਲੈਵਲ ਤੇ ਨਾਪ ਤੋਲ ਕਰਨਾ ਆ। ਜਦੋਂ ਨਾਪ ਤੋਲ ਕੇ ਚੀਜ਼ਾਂ ਸਾਹਮਣੇ ਰੱਖਦਾ ਤੇ ਪਤਾ ਲੱਗਦਾ ਓਹੋ ਆਹ ਕੀ ਬਣ ਗਿਆ। ਇਹ ਤੇ ਕਹਿ ਰਿਹਾ ਸੀਗਾ ਕਿ ਮੈਂ ਤੁਹਾਡੇ ਸਾਰਿਆਂ ਦੇ ਭਲੇ ਵਾਸਤੇ, ਵੈਲ ਬੀਇੰਗ ਵਾਸਤੇ ਸਭ ਕੁਝ ਲਗਾ ਦਿਆਂਗਾ, ਇਹ ਤੇ ਜਸਟ ਆਪਣੀ ਵੈਲ ਬੀਇੰਗ ਤੇ ਕੰਮ ਕਰ ਰਿਹਾ। ਇਹਦੇ 'ਚ ਤੇ ਉਹ ਚੀਜ਼ ਹੈ ਹੀ ਨਹੀਂ ਕਿ ਇਹ ਤੇ ਉਹ ਸਾਰੇ ਤੋਂ ਬਿਲਕੁਲ ਜੁਦਾ ਆ। ਫਿਰ ਪਾਜ ਉਗੜ ਜਾਂਦਾ ਸਾਰੇ ਦਾ ਸਾਰਾ, ਫਿਰ ਉਹ ਬਣੀ ਹੋਈ ਇੱਜ਼ਤ, ਮਾਣ, ਮਨੋਵਰ, ਸਤਿਕਾਰ ਸਭ ਖਤਮ ਹੋ ਜਾਂਦਾ। ਫਿਰ ਉਹੀ ਸ਼ਖਸ ਜਿਹੜਾ ਕੱਲ੍ਹ ਇੱਕ ਜੇਤੂ ਦੇ ਰੂਪ ਵਿੱਚ ਉੱਭਰਿਆ ਸੀਗਾ, ਅਗਲੇ ਦਿਨ ਬਿਲਕੁਲ ਜਿਹੜਾ ਹੈਗਾ ਇੱਕ ਜਿਹਨੂੰ ਕਿਹਾ ਜਾਏ ਕਿ ਸ਼ਿਕਸਤ ਖਾ ਕੇ
ਉਸ ਦੇ ਰੂਪ ਦੇ ਵਿੱਚ ਆਉਂਦਾ ਆ। ਇਹ ਸਮਾਜਾਂ ਸੰਸਾਰਾਂ ਦੇ ਵਿੱਚ ਮਨੁੱਖਾਂ ਦੇ ਕਰੈਕਟਰਸ ਨੂੰ ਅਸੀਂ ਅਕਸਰ ਦੇਖਦੇ ਹੈਗੇ ਆ। ਮੈਂ ਕੈਨੇਡੀਅਨ ਸਿਨੈਰੀਓ 'ਚ ਬਾਤ ਕਰਾਂ, ਮਾਫੀ ਚਾਹਾਂਗਾ, ਪਰ ਇਹ ਗੱਲ ਇਸ ਰੂਪ ਦੇ ਵਿੱਚ ਆ। ਕਈ ਵਾਰ ਮਾਂ ਹੈ, ਪਿਤਾ ਹੈ, ਕੋਈ ਘਰ ਦਾ ਵੱਡਾ ਹੈ, ਕੋਈ ਇਸ ਰੂਪ ਦੇ ਅੰਦਰ ਕੋਈ ਐਫਰਟ ਪਾਉਂਦਾ, ਮੈਂ ਆਪਣੀ ਫੈਮਿਲੀ ਦੀਆਂ ਨਜ਼ਰਾਂ 'ਚ ਵੱਡਾ ਹੋ ਜਾਵਾਂ, ਉੱਚਾ ਹੋ ਜਾਵਾਂ, ਇਸ ਤਰੀਕੇ ਦੇ ਨਾਲ। ਤਾਂ ਹੁੰਦਾ ਥੋੜ੍ਹਾ ਥੋੜ੍ਹਾ ਕਰਕੇ, ਹੌਲੀ ਹੌਲੀ। ਫਿਰ ਇੱਕ ਦਿਨ ਕੀ ਪਤਾ ਲੱਗਦਾ ਹੈ ਕਿ ਐਕਚੁਅਲ ਲੈਵਲ 'ਤੇ ਇਹਦਾ ਪਰਸਨਲ ਇੰਟਰਸਟ ਸਾਨੂੰ ਪ੍ਰਮੋਟ ਕਰਨਾ, ਸਾਨੂੰ ਸਪੋਰਟ ਕਰਨਾ, ਸਾਨੂੰ ਉੱਚਿਆਂ ਕਰਨਾ, ਜਾਂ ਜੋ ਗੁਣ ਵਿਖਾ ਰਿਹਾ ਉਹਨਾਂ ਦੇ ਵਿੱਚ ਨਹੀਂ ਗਾ, ਇਹ ਤਾਂ ਕੁਛ ਹੋਰ ਹੈ। ਉੱਥੇ ਫਿਰ ਕੀ ਹੁੰਦਾ ਹੈ, ਉਹ ਥੱਲੇ ਆਉਣਾ ਸ਼ੁਰੂ ਹੋ ਜਾਂਦਾ। ਹੁਣ ਉਹ ਜਿਹੜੀ ਚੀਜ਼ ਆ ਉਹ ਸਟੇਬਲ ਨਹੀਂ ਰਹਿੰਦੀ। ਗੁਰੂ ਬਾਬਾ ਜੀ ਨੇ ਬਾਤ ਕੀਤੀ ਮੇਰੇ ਅੰਦਰ ਦੀ ਦੁਨੀਆ ਦੇ ਵਿੱਚ। ਇੱਥੇ ਹੁਣ ਸਾਰੀ ਗੱਲ ਅੰਦਰ ਦੀ ਚੱਲ ਰਹੀ ਹੈ। ਬੰਦੇ ਨੂੰ ਜਦੋਂ ਗਿਲਟ ਫੀਲ ਹੁੰਦਾ ਆ, ਜਦੋਂ ਬੰਦਾ ਇਹ ਸੋਚਦਾ ਹੈ ਵੀ ਆਈ ਐਮ ਨੋਟ ਦੈਟ ਮਚ ਵਰਥ। ਵਾਈ? ਬਿਕੋਜ਼ ਆਈ ਕੈਨ ਸੀ ਆਈ ਹੈਵ ਸਮ ਐਕਚੁਅਲੀ ਸੋਰਟ ਆਫ ਇਸ਼ੂਜ਼, ਆਈ ਹੈਵ ਸੋਰਟ ਆਫ ਜਿਹੜੇ ਚੈਲੰਜਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਮੈਂ ਆਪਣੇ ਆਪ ਦੇ ਉੱਤੇ ਕੰਮ ਨਹੀਂ ਕਰ ਪਾ ਰਿਹਾ। ਜਦੋਂ ਗੁਰੂ ਮਦਦ ਕਰਦਾ, ਗੁਰੂ ਹੈਲਪ ਕਰਦਾ, ਤੇ ਬੰਦਾ ਉਸ ਚੀਜ਼ ਤੋਂ ਬਾਹਰ ਆ ਜਾਂਦਾ। ਸਾਹਿਬ ਕਹਿੰਦੇ ਸੰਭਲਿਆ ਸਰਥਾਨ ਮਾਨ ਮਹਤ, ਸੱਚ ਪਾਇਆ ਬਲਰਾਮ ਜੀ। ਉਹ ਸਤਿਗੁਰ ਮਿਲਿਆ ਦਇਆਲ। ਇਹ ਪੋਸੀਬਲ ਤਾਂ ਹੋਇਆ ਕਿਉਂਕਿ ਤਰਸ ਦੇ ਘਰ ਸਤਿਗੁਰੂ ਦੇ ਨਾਲ ਮਿਲਾਪ ਹੋ ਗਿਆ। ਸਤਿਗੁਰੂ ਨੇ ਇਸ ਕਿਸਮ ਦੀ ਜਿਹੜੀ ਹੈ ਜਾਚ ਸਿਖਾ ਦਿੱਤੀ। ਤਰਸ ਕਰਕੇ, ਕਿਰਪਾ ਕਰਕੇ, ਸਤਿਗੁਰ ਮਿਲਿਆ ਦਇਆਲ, ਗੁਣ ਅਬਿਨਾਸ਼ੀ ਗਾਇਆ। ਗੁਣ ਅਬਿਨਾਸ਼ੀ ਗਾਇਆ, ਅਬਿਨਾਸ਼ੀ ਪ੍ਰਭੂ ਦੇ ਗੁਣਾਂ ਨੂੰ ਗਾਇਆ, ਇਸ ਤਰ੍ਹਾਂ ਕਹਿ ਲਵੋ। ਪਰ ਅਸਲ ਰੂਪ ਵਿੱਚ ਗੱਲ ਇਹ ਵੀ ਹੁੰਦੀ ਹੈ ਕਿ ਜਿਹੜਾ ਅਸਲ ਗੁਣ ਆ ਨਾ, ਇਹ ਜੇ ਬੰਦਾ ਬੀਜ ਲਵੇ, ਜਿਵੇਂ ਆਪਾਂ ਦੇਖਦੇ ਹਾਂ ਨਾ ਕਿ ਕੁਝ ਫਲ ਐਸੇ ਹੁੰਦੇ ਨੇ ਜੋ ਇੱਕ ਸੀਜ਼ਨ ਵਿੱਚ ਫਲਦੇ ਨੇ, ਜਾਂ ਕੁਝ ਬੂਟੇ ਲਾਣੇ ਇੱਕ ਸੀਜ਼ਨ ਹੁੰਦੇ ਨੇ, ਸੀਜ਼ਨ ਜਾਂਦਾ ਖਤਮ ਹੋ ਜਾਂਦੇ ਨੇ, ਅਗਲੇ ਸੀਜ਼ਨ ਨਵੇਂ ਲਾਉਣੇ ਪੈਂਦੇ ਨੇ। ਕੁਝ ਬੂਟੇ ਐਸੇ ਨੇ ਜਿਹੜੇ ਇੱਕ ਵਾਰੀ ਲਾਏ ਜਾਂਦੇ ਨੇ, ਸੀਜ਼ਨ ਲੰਘੀ ਜਾਂਦੇ ਨੇ, ਉਹ ਆਪਣੇ ਆਪ ਪੈਦਾ ਹੋਈ ਜਾਂਦੇ ਨੇ, ਆਪਣੇ ਆਪ ਉੱਗੀ ਜਾਂਦੇ ਨੇ, ਆਪਣੇ ਆਪ ਵੱਡੇ ਹੋਈ ਜਾਂਦੇ ਨੇ। ਜਾਂ ਕੁਝ ਫਲਦਾਰ ਬੂਟੇ ਐਸੇ ਹੁੰਦੇ ਨੇ ਜਿਹੜੇ 12 ਮਾਸ ਫਲੰਤ, 12 ਮਾਸੀ, ਪੂਰਾ ਸਾਲ ਹੀ ਫਲ ਦਿੰਦੇ ਨੇ। ਕੋਈ ਐਸਾ ਟਾਈਮ ਆਉਂਦਾ ਹੀ ਨਹੀਂ ਜਦੋਂ ਉਹਨਾਂ ਨੂੰ ਫਲ ਨਹੀਂ ਲੱਗਦਾ। ਜਿਹੜੇ ਰੱਬੀ ਗੁਣ ਨੇ ਇਹ ਅਬਿਨਾਸ਼ੀ ਨੇ, ਇਹਨਾਂ ਦਾ ਵਿਨਾਸ਼ ਨਹੀਂ ਹੁੰਦਾ। ਜੇਕਰ ਬੰਦਾ ਇਹਨਾਂ ਨੂੰ ਸਹੀ ਰੂਪ ਵਿੱਚ ਸੰਭਾਲ ਲਵੇ, ਕਿਸੇ ਹਾਲ ਵਿੱਚ ਹੋਏ ਬੰਦਾ, ਇਹ ਗੁਣ ਉਹਦੇ ਨਾਲ ਰਹਿਣਗੇ। ਇਹੀ ਸਟੇਟ ਆਫ ਮਾਈਂਡ ਐਕਚੁਅਲ ਲੈਵਲ 'ਤੇ। ਅਦਰਵਾਈਜ਼ ਵੀ ਆਲ ਪਲੇ with words and always try to create or try to find out some lame excuses for our own weaknesses. ਮੈਂ ਕਿਤੇ ਟਰੈਪ ਹੋ ਗਿਆ, ਮੈਨੂੰ ਕਿਤੇ ਕਿਸੇ ਨੇ ਇਸ ਤਰੀਕੇ ਨਾਲ ਗਲਤ ਫੀਡ ਕੀਤਾ, ਜਾਂ ਮੈਂ ਸਿਚੁਏਸ਼ਨ ਇਹੋ ਜਿਹੀ ਬਣੀ ਉਹਦੇ ਵਿੱਚ ਨਾ, ਭਾਈ ਜੋ ਮਰਜ਼ੀ ਹੋਏ, ਜਿਹੜੇ ਮਰਜ਼ੀ ਹਾਲਾਤਾਂ ਵਿੱਚ ਹੋਏ, ਜਦੋਂ ਕਰਤਾਰੀ ਰੰਗ ਦੇ ਨਾਲ ਸਾਂਝ ਬਣ ਗਈ, ਗੁਰੂ ਤਰਸ ਕਰਕੇ ਬਣਾ ਦਿੰਦਾ ਹੈ। ਮਹਾਰਾਜ ਬਿਆਨ ਕਰਦੇ ਫਿਰ ਉਹ ਗੁਣ ਟੁੱਟਦਾ ਨਹੀਂਗਾ। ਇਸ ਕਰਕੇ ਬਚਨ ਆਇਆ, ਸਤਿਗੁਰ ਮਿਲਿਆ ਦਇਆਲ, ਗੁਣ ਅਬਿਨਾਸ਼ੀ ਗਾਇਆ ਬਲਰਾਮ ਜੀਓ। ਫਿਰ ਉਹਦਾ ਗੁਣਗਾਨ ਹੋਇਆ। ਗੁਣਗਾਨ ਕੱਲਾ ਮੂੰਹ ਨਾਲ ਨਹੀਂ ਗਾ, ਫਿਰ ਇਹ ਤੇ ਗੁਣਗਾਨ ਹੈ ਬੰਦੇ ਦੇ ਅਮਲਾਂ, ਖਿਆਲਾਂ, ਬਚਨਾਂ, ਇਸ ਰੂਪ ਦੇ ਵਿੱਚ। ਜਿਵੇਂ ਸਪੋਜ਼ ਕਰੋ ਆਪਾਂ ਕੋਈ ਗੱਲ ਕਹਿੰਦੇ ਆ ਤੇ ਕੰਮ ਉਸ ਤੋਂ ਉਲਟ ਕਰਦੇ ਆ। ਕੋਈ ਬੰਦਾ ਕਹੇਗਾ ਕਿ ਭਲੇ ਬੰਦੇ ਕੰਮ, ਜਿਵੇਂ ਇੰਟਰਨੈਸ਼ਨਲ ਵਿਮਨ ਡੇਜ਼ ਦੀ ਗੱਲ ਹੋ ਰਹੀ, ਸੈਲੀਬ੍ਰੇਸ਼ਨ ਹੋ ਰਿਹਾ UN ਤੋਂ ਲੈ ਕੇ ਥੱਲੇ ਲੈਵਲ ਤੱਕ, ਜੇ ਆਪਾਂ ਆ ਜਾਈਏ ਤੇ ਜਿਹੜੀ ਮੈਂ ਛੋਟੀ ਜਿਹੀ ਬੇਨਤੀ ਵੀ ਕਰਾਂਗਾ ਕਿ ਜਿਹੜਾ ਇਨ ਟੂਡੇਜ਼ ਵਰਲਡ ਸਮ ਪੀਪਲ ਆਰ ਸੇਇੰਗ women might look they are winning, but the feminine values, they are definitely losing. They are definitely actually in loser situation. ਉਹਦਾ ਰੀਜ਼ਨ ਕੀ ਹੈ ਕਿ ਜਿਹੜਾ ਇਸਤਰੀ ਦਾ ਔਰਤਾਨਾ ਪੱਖ ਦੀ ਜਿਹੜੀ ਉਹਦੀ ਇੰਪੋਰਟੈਂਸ ਆ, ਉਹ ਸਮਾਜ ਵਿੱਚ ਘਟਦੀ ਲੱਗੀ ਜਾ ਰਹੀ ਹੈ। ਸਮਾਜ 'ਚ ਔਰਤ ਵੀ ਉਦੋਂ ਹੀ ਮਾਨ ਮਨੋਵਰ ਪ੍ਰਾਪਤ ਕਰਨ ਦੀ ਸੋਚਦੀ ਹੈ, ਜਾਂ ਉਸ ਤਰੀਕੇ ਨਾਲ ਹੀ ਪ੍ਰਾਪਤ ਕਰਨਾ ਸੋਚਦੀ ਜਿਸ ਤਰੀਕੇ ਨਾਲ ਮਨੁੱਖ ਜਾਂ ਮਰਦ ਨੇ ਦੁਨੀਆ ਬਣਾਈ ਹੈ।
ਉਹ ਆਪਣੇ ਤਰੀਕੇ ਦੀ ਦੁਨੀਆ ਜਿਹੜੀ ਉਹਨੂੰ ਕੁਦਰਤ ਨੇ ਦਿੱਤੀ ਹੈ ਉਸ ਨੂੰ ਸੰਭਾਲ ਕੇ ਤੇ ਉਹਨੂੰ ਇੰਜੋਏ ਕਰਨਾ, ਉਸ ਲੈਵਲ ਤੇ ਉਹ ਵੀ ਭੁੱਲ ਚੱਲੀ ਹੈ। ਜੇ ਮੈਨੂੰ ਮਾਫੀ ਮੰਗਦੇ ਲਫ਼ਜ਼ ਕਹਾਂ ਕਿ ਇੱਕ ਕਿਸੇ ਕੰਪਨੀ ਦੇ CEO ਹੋ ਜਾਣਾ ਬੜੀ ਵੱਡੀ ਗੱਲ ਹੈ, ਪਰ ਉਹਦੇ ਮੁਕਾਬਲਤਨ ਇੱਕ ਮਾਂ ਦਾ ਰੋਲ ਕਿਵੇਂ ਛੋਟਾ ਹੋ ਸਕਦਾ ਹੈ, ਇਹ ਵੀ ਸੋਚੋ। ਕਿਸੇ ਨੂੰ ਇੱਕ ਜ਼ਿੰਦਗੀ ਦੇ ਦੇਣੀ, ਕਿਸੇ ਨੂੰ, ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਨਾ, ਸੋਖਿਓ ਮੰਦਾ ਆਖੀਏ ਜਿਤ ਜੰਮੈ ਰਾਜਾਨ। ਰਾਜਾ ਹੋਣਾ ਵੱਡੀ ਗੱਲ ਆ, ਪਰ ਕਿਸੇ ਨੂੰ ਰਾਜਾ ਬਣਨ ਦੀ ਪੋਜੀਸ਼ਨ ਤੱਕ ਪਹੁੰਚਾਉਣਾ, ਇੱਕ ਛੋਟੇ ਜਿਹੇ ਕ੍ਰੀਚਰ ਤੋਂ, ਪੈਦਾਇਸ਼ ਤੋਂ ਲੈ ਕੇ ਸੀਨੇ ਦਾ ਸ਼ੀਰ ਪਲਾ ਕੇ ਉਸ ਲੈਵਲ ਤੇ ਕਿੰਗ ਮੇਕਰ ਦਾ ਰੋਲ, ਕਿੰਗ ਕ੍ਰੀਏਟਰ ਦਾ ਰੋਲ, ਕਿੰਗ ਪ੍ਰੋਡਿਊਸਰ ਦਾ ਰੋਲ ਕਿਵੇਂ ਮਾੜਾ ਹੋ ਸਕਦਾ ਹੈ। ਆਹ ਰੂਪ ਜਿਹੜਾ ਆ ਇਹ ਸਮਾਜ ਵਿੱਚ ਅਜੇ ਵੀ ਕਿਤੇ ਸਮਝਣ 'ਚ ਨਹੀਂ ਆ ਰਿਹਾ। ਇਸ ਲਈ ਅਵਲ ਤੇ ਵਿਮਨ ਸਾਈਡ ਤੇ ਜਿਹੜੀ ਪਾਪੂਲੇਸ਼ਨ ਸਫਰ ਕਰਦੀ ਹੈ, ਪਰ ਜੇ ਉਹਦੀ ਸਫਰਿੰਗ ਥੋੜੀ ਘੱਟ ਵੀ ਦਿਸਦੀ ਹੈ ਕਿਸੇ ਤਰੀਕੇ ਨਾਲ ਸਰਫੇਸ ਤੇ, ਜਿਹੜੀਆਂ ਫੈਮਿਨਨ ਵੈਲਿਊਜ਼ ਨੇ, ਫੈਮਿਨਨ ਜਿਹੜਾ ਉਹ ਪੱਖ ਆ ਉਹ ਲਗਾਤਾਰ ਨਿਗਰਦਾ ਜਾ ਰਿਹਾ। ਗੁਰੂ ਬਾਬਾ ਜੀ ਜਿਹੜੀ ਤੇ ਬਾਤ ਕੀਤੀ ਹੈ ਨਾ ਕਿ ਗੁਣ ਅਬਿਨਾਸ਼ੀ ਗਾਇਆ ਬਲਰਾਮ ਜੀਓ, ਜਦੋਂ ਗੁਰੂ ਨੇ ਤਰਸ ਕੀਤਾ ਫਿਰ ਇੱਕ ਅਬਿਨਾਸ਼ੀ ਗੁਣ ਆ ਗਿਆ। ਉਸ ਅਬਿਨਾਸ਼ੀ ਗੁਣ ਦੇ ਵਿੱਚ ਜੇ ਸਮਾਜਾਂ 'ਚ ਦੇਖਿਆ ਜਾਏ ਤੇ ਇੱਕ ਐਸੀ ਚੀਜ਼ ਜਿਹੜੀ ਮੈਨੂੰ ਮੇਰੇ ਗੁਰੂ ਨੇ ਤਰਸ ਕਰਕੇ ਦਿੱਤੀ ਤੇ ਹੁਣ ਮੈਂ ਉਹਦੀ ਐਕਸਰਸਾਈਜ਼ ਕਰ ਰਿਹਾ ਵਾਂ, ਤੇ ਐਕਸਰਸਾਈਜ਼ ਖਤਮ ਨਹੀਂ ਹੁੰਦੀ, ਮਰਦੀ ਨਹੀਂ। ਅਗਲਾ ਬਚਨ ਲਿਖਿਆ ਸਾਹਿਬ ਨੇ, ਸਾਹਿਬ ਕਹਿੰਦੇ ਗੁਣ ਗੋਬਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ। ਬਾਤ ਆਪਣੇ ਤੇ ਟੁਕਾਈ ਹੈ, ਪਰ ਦੱਸਿਆ ਇਹ ਹੈ ਵੀ ਨਿਤਾ ਪ੍ਰਤੀ ਹੈ ਪ੍ਰਾਣਾਂ ਦੇ ਪ੍ਰਤੀ ਸੁਆਮੀ, ਮੈਂ ਗੁਣ ਗੋਬਿੰਦ ਗਾਉ, ਮੈਂ ਤੇਰੇ ਗੋਬਿੰਦ ਦੇ ਗੁਣਾਂ ਦਾ ਗਾਇਨ ਕਰਦਾ ਰਵਾਂ, ਉਹਨਾਂ ਨੂੰ ਗੁਣਗਾਨ ਕਰਦਾ ਰਹਾਂ ਹਰ ਵਕਤ। ਇਹ ਮੰਗ ਆ ਜਾਂ ਸੈਲਫ ਕਮਿਟਮੈਂਟ ਆ। ਜੇ ਬਾਬਾ ਕਬੀਰ ਜੀ ਦੇ ਸ਼ਬਦ ਪੜ੍ਹਦੇ ਹਾਂ, ਉਹ ਬਿਆਨ ਕਰਦੇ ਕਿ क्या पढ़िए क्या गुनिया, क्या वेद पुराना सुनिए, पढ़े सुने क्या होई, जो सहज न मिले सोई, हर का नाम न जपस गवारा, क्या सोचें बारंबारा। ਜਿਹੜਾ ਉਹ ਹੁਕਮਨਾਮੇ ਦਾ ਵਾਕ ਵੀ ਕਈ ਵਾਰੀ ਸੁਣਦੇ ਹੋ। ਅੱਗੇ ਜਾ ਕੇ ਜ਼ਿਕਰ ਕਰਦੇ, ਅੰਧਿਆਰੇ ਦੀਪਕ ਚਾਹੀਏ ਇੱਕ ਵਸਤ ਅਗੋਚਰ ਲਹੀ ਹੈ, ਵਸਤ ਅਗੋਚਰ ਪਾਈ ਘਟ ਦੀਪਕ ਰਿਹਾ ਸਮਾਈ। ਕਹਿੰਦੇ ਜਦੋਂ ਹਨੇਰੇ 'ਚੋਂ ਕੋਈ ਚੀਜ਼ ਲੱਭਣੀ ਹੋਏ ਤੇ ਦੀਵਾ ਚਾਹੀਦਾ, ਤੇ ਜਿਵੇਂ ਹੀ ਉਹ ਚੀਜ਼ ਲੱਭ ਗਈ ਤੇ ਫਿਰ ਦੀਵੇ ਦੀ ਵੈਲਿਊ ਤੇ ਖਤਮ ਹੋ ਗਈ। ਉਹ ਕਹਿੰਦੇ ਨਾ, ਐਕਚੁਅਲੀ ਉਹ ਜੀ ਅਨੂਪ ਮਿਲ ਵੀ ਗਈ, ਫਿਰ ਪਤਾ ਲੱਗਾ ਇਹ ਮਿਲੀ ਹੈ ਦੀਵੇ ਦੀ ਮਦਦ ਨਾਲ। ਤੇ ਜੇ ਦੀਵਾ ਲੋਸਟ ਹੋ ਗਿਆ ਨਾ, ਹੋ ਸਕਦਾ ਦੁਬਾਰਾ ਫਿਰ ਇਹ ਗੁੰਮ ਹੋ ਜਾਏ, ਜਾਂ ਇਹਦਾ ਰੂਪ ਕੋਈ ਮਿਲਣ ਵਾਲਾ ਜੇ ਰਹਿ ਗਿਆ ਹੋਏ। ਜੇ ਦੀਵਾ ਨਾ ਹੋਇਆ ਤਾਂ ਠੋਕਰਾਂ ਖਾਵਾਂਗਾ। ਜਦੋਂ ਬੰਦਾ ਉਸ ਗੁਣਗਾਨ ਕਰਕੇ ਸੰਭਲਿਆ ਸਚਥਾਨ ਉੱਥੇ ਪਹੁੰਚਦਾ ਵੀ ਹੈ, ਉਹਦਾ ਮਤਲਬ ਜਿਵੇਂ ਇਸ ਨੂੰ ਪ੍ਰਿੰਸੀਪਲ ਸਤਬੀਰ ਸਿੰਘ ਇਸ ਤਰ੍ਹਾਂ ਬਿਆਨ ਕਰਦੇ ਕਿ ਜਦੋਂ ਸੂਫੀ ਆਪਣੇ ਬਹੁਤ ਉਸ ਇਬਾਦਤ ਦੇ ਹਾਇਰ ਲੈਵਲ ਤੇ ਜਾਂਦਾ ਹੈ ਤੇ ਉਹਦੇ ਵਿੱਚੋਂ ਆਵਾਜ਼ ਹੋਣੀ ਸ਼ੁਰੂ ਹੋ ਜਾਂਦੀ, ਅਨਲ ਹੱਕ, ਅਨਲ ਹੱਕ, ਵੀ ਮੈਂ ਹੀ ਹੁਣ ਖੁਦਾ ਹੋ ਗਿਆ। ਜੇ ਕਿਤੇ ਸਨਾਤਨੀ ਧਾਰਾ ਵਿੱਚ ਕੋਈ ਬਹੁਤ ਅੱਗੇ ਲੰਘਿਆ ਤੇ ਜੋ ਉਹਦੇ 'ਚੋਂ ਇੱਕਦਮ ਆਵਾਜ਼ ਆਉਣੀ ਸ਼ੁਰੂ ਹੋ ਗਈ, ਅਹੰਗ ਬ੍ਰਹਮਸਮੀ, ਅਹੰਗ ਬ੍ਰਹਮਸਮੀ, ਮੈਂ ਹੀ ਰੱਬ ਹੋ ਗਿਆ, ਬ੍ਰਹਮ ਹੋ ਗਿਆ। ਜਦੋਂ ਗੁਰਮਤਿ ਆਸ਼ੇ ਦੇ ਵਿੱਚ ਭਗਤੀ ਪਰਪਾਟੀ ਤੇ ਸਿੱਖੀ ਪਰਪਾਟੀ 'ਚ ਜਾ ਕੇ ਦੇਖਦੇ ਹਾਂ, ਇੱਥੇ ਜੇ ਕਿਸੇ ਨੇ ਅੱਗੇ ਇਸ ਰੂਪ ਵਿੱਚ ਜਾਣਾ ਕੀਤਾ ਤੇ ਉਹਨੇ ਕਿਹਾ ਤੂੰ ਤੂੰ ਕਰਤਾ ਤੂੰ ਭਇਆ ਮੁਝ ਮੈਂ ਰਹਾ ਨਾ ਹੂੰ। ਕਿਆ ਮੈਂ ਹੈ ਹੀ ਨਹੀਂਗਾ, ਮੈਂ ਹੋਣਾ ਕੀ ਹੈ, ਮੇਰਾ ਹੋਣਾ ਖਤਮ ਹੋ ਗਿਆ, ਮੇਰੀ ਹੋਣੀ ਉਸ ਪਰਮ ਹੋਣੀ 'ਚ ਬਦਲ ਗਈ। ਦੈਟਸ ਇਟ, ਡਨ। ਇੱਥੇ ਜ਼ਿਕਰ ਆਇਆ, ਸਾਹਿਬ ਬਿਆਨ ਕਰਦੇ ਵੀ ਉੱਥੇ ਜਾ ਕੇ ਗੁਣ ਗੋਬਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ। ਉਹ ਸਟੇਟ ਆਫ ਮਾਈਂਡ ਤੇ ਆ ਗਈ, ਪਰ ਉਹਦਾ ਗੁਣਗਾਨ ਕਰਨ ਦਾ ਅੰਦਰੋਂ ਘਟਿਆ ਨਹੀਂਗਾ। ਗੁਰੂ ਆਪ ਗੁਰੂ ਰੂਪ ਵਿੱਚ ਆ, ਆਪ ਗੁਰੂ ਦੀ ਗੱਦੀ ਤੇ ਬੈਠਾ ਹੈ, ਉਸ ਵਕਤ ਬਿਰਾਜਿਤ ਆ, ਪਰ ਬਾਣੀ ਗਾਇਨ ਆਪ ਵੀ ਕਰਦਾ, ਸਾਨੂੰ ਵੀ ਕਰਾਉਂਦਾ ਹੈ, ਦੱਸਦਾ ਆ ਇਹ ਕੀਰਤਨ ਹੀ ਤੇਰੀ ਖੁਰਾਕ ਹੈ, ਕੀਰਤਨ ਹੀ ਮੇਰੀ ਖੁਰਾਕ ਹੈ। ਆਸਾ ਕੀ ਵਾਰ ਗਾਉਂਦਾ ਗੁਰੂ ਸਰਸਾ ਦਰਿਆ ਦੇ ਕੰਢੇ ਬੈਠ ਕੇ, ਜਦੋਂ ਲੋਹੇ ਦੀਆਂ ਟਾਂਕਾਂ ਖੜਕ ਰਹੀਆਂ ਨੇ। ਇਹ ਕੀ ਹੈ? ਗੁਣ ਗੋਬਿੰਦ ਗਾਉ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ, ਸੁਭ ਦਿਵਸ ਆਏ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆਂ। ਫਿਰ ਇਹਦੇ ਵਿੱਚੋਂ ਉਹ ਸਮਾਂ ਆਇਆ, ਸੁਭ ਦਿਵਸ ਆਏ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆਂ। ਜਿਹੜਾ ਅੰਦਰ ਨੂੰ ਪੜ੍ਹ ਲੈਣ ਵਾਲਾ ਹੈ ਨਾ,
ਉਹਦੇ ਨਾਲ ਮੁਲਾਕਾਤ ਕਰਨ ਵਰਗੀ ਬਾਤ, ਇਹ ਮੈਟਾਫੋਰ ਸਿਰਜਦੇ ਗੁਰੂ ਸਾਹਿਬ, ਜਿਹਦੀ ਬਾਤ ਵਿਸਥਾਰ ਦੇ ਵਿੱਚ ਆਉਂਦੇ ਕੱਲ੍ਹ ਕਰਾਂਗੇ। ਅੱਜ ਲਈ ਸਮਾਂ ਜੋ ਕਿ ਸਮਾਪਤ ਹੋ ਗਿਆ। ਢਾਡੀ ਵੀਰ ਆ ਗਏ ਨੇ, ਅਗਲੀ ਸੇਵਾ ਤੁਹਾਡੀ ਉਹ ਕਰਨਗੇ। ਉਹੀ ਕਿਰਸਾਨ ਮਾਈ ਭਾਈ ਦੀ ਚੜ੍ਹਦੀ ਕਲਾ ਤੇ ਸਫਲਤਾ ਦੀ ਅਰਦਾਸ ਦੇ ਨਾਲ ਸਮਾਪਨ ਕਰ ਰਹੇ ਹਾਂ। ਭੁੱਲਾਂ ਗਲਤੀਆਂ ਨਾ ਚਤਾਰਨੀਆਂ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।